ਪ੍ਰਵਾਸ ਦੇ ਇਸ ਹੈਲਥ ਸੈਗਮੈਂਟ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਇਸ ਹੈਲਥ ਸੈਗਮੈਂਟ 'ਚ ਗੱਲਬਾਤ ਕਰਾਂਗੇ ਅਸੀਂ ਕੋਲੈਸਟਰੋਲ ਦੇ ਬਾਰੇ, ਕਿਉਂਕਿ ਬੜਾ ਅਹਿਮ ਵਿਸ਼ਾ ਹੈ। ਅੱਜ ਜਿੰਨੇ ਵੀ ਲੋਕੀ ਇਸ ਵੇਲੇ ਟੀਵੀ 'ਤੇ ਪ੍ਰੋਗਰਾਮ ਵੇਖ ਰਹੇ ਨੇ, ਉਹਨਾਂ 'ਚੋਂ ਮੈਨੂੰ ਲੱਗਦਾ ਹੈ ਬਹੁਤਿਆਂ ਨੂੰ ਇਹ ਸਮੱਸਿਆ ਹੋਵੇਗੀ। ਮੇਰਾ ਖਿਆਲ ਹੈ ਤੁਸੀਂ ਸਹਿਮਤ ਹੋਵੋਗੇ ਇਸ ਗੱਲ ਦੇ ਨਾਲ। ਸੋ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਹੋਮੋਪੈਥਿਕ ਦੀ ਦੁਨੀਆ ਦੇ ਮਾਹਰ ਡਾਕਟਰ ਅਵਤਾਰ ਭੱਟੀ ਜੀ। ਭੱਟੀ ਸਾਹਿਬ, ਸਵਾਗਤ ਹੈ ਆਪ ਜੀ ਦਾ। ਧੰਨਵਾਦ ਬਸੋਤਾ ਸਾਹਿਬ ਤੁਹਾਡਾ ਜੀ। ਭੱਟੀ ਸਾਹਿਬ, ਗੱਲਬਾਤ ਅੱਜ ਅਸੀਂ ਕਰਨਾ ਚਾਹਾਂਗੇ, ਜਿਸ ਤਰ੍ਹਾਂ ਮੈਂ ਹੁਣੇ ਇੰਟਰੋਡਿਊਸ ਕੀਤਾ ਹੈ ਵਿਸ਼ਾ ਕੋਲੈਸਟਰੋਲ ਦੇ ਬਾਰੇ। ਇਹ ਦੱਸੋ ਵੀ ਕੋਲੈਸਟਰੋਲ ਹੈ ਕੀ ਹੈ? ਦੇਖੋ, ਇਹ ਬਹੁਤ ਵਧੀਆ ਟੌਪਿਕ ਹੈ, ਕਿਉਂਕਿ ਜਿੱਦਾਂ ਹੀ ਏਜ ਸਾਡੀ ਥੋੜ੍ਹੀ ਜਿਹੀ 25-30 ਤੋਂ ਈਵਨ ਅੱਜ ਕੱਲ੍ਹ ਤਾਂ 25-30 ਅੱਗੇ ਤਾਂ ਇਹ 40 ਤੋਂ ਬਾਅਦ ਦੀ ਏਜ ਦਾ ਇੱਕ ਬਿਮਾਰੀ ਜਾਂ ਪ੍ਰੋਬਲਮ ਹੁੰਦੀ ਸੀ। ਲੇਕਿਨ ਹੁਣ ਇਹ ਜਿਹੜਾ ਕੋਲੈਸਟਰੋਲ ਹੈ, ਕਿਉਂਕਿ ਡਾਈਟ ਜੰਕ ਫੂਡ ਜਾਂ ਇੱਦਾਂ ਦਾ ਬਹੁਤ ਆਪਾਂ ਖਾ ਰਹੇ ਹਾਂ, ਸੋ ਇਸ ਕਰਕੇ ਕੋਲੈਸਟਰੋਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ। ਕੋਲੈਸਟਰੋਲ ਇੱਕ ਫੈਟ ਹੈ, ਸਾਡੇ ਬਲੱਡ ਦਾ ਇੱਕ ਸਬਸਟੈਂਸ ਹੈ। ਸਾਡੇ ਖੂਨ ਦੇ ਵਿੱਚ ਕੋਲੈਸਟਰੋਲ ਹੁੰਦਾ ਹੈ, ਜਿਹੜਾ ਕਿ ਇੱਕ ਬਹੁਤ ਹੀ ਇੰਪੋਰਟੈਂਟ ਸਬਸਟੈਂਸ ਹੈ ਬੋਡੀ ਦੇ ਲਈ, ਬਹੁਤ ਜ਼ਰੂਰੀ ਪਾਰਟ ਹੈ। ਪਰ ਕੋਲੈਸਟਰੋਲ ਦਾ ਥੋੜ੍ਹਾ ਜਿਹਾ, ਜਿੱਦਾਂ ਹੀ ਕਿਸੇ ਦਾ ਕਹਿੰਦੇ ਕੋਲੈਸਟਰੋਲ ਹੋ ਗਿਆ, ਉਸ ਵੇਲੇ ਥੋੜ੍ਹਾ ਜਿਹਾ ਮਨ ਇੱਕ ਡਰ ਜਾਂਦਾ ਵੀ ਹੁਣ ਪਤਾ ਨਹੀਂ ਮੈਨੂੰ ਹਾਰਟ ਨੂੰ ਕੀ ਹੋਊਗਾ ਜਾਂ ਮੇਰੇ 'ਚ ਕੀ ਕੀ ਪ੍ਰੋਬਲਮ ਹੋਣਗੀਆਂ। ਕੋਲੈਸਟਰੋਲ ਇੱਕ ਫੈਟ ਹੈ, ਬੋਡੀ ਦੇ ਬਲੱਡ ਦਾ ਸਬਸਟੈਂਸ ਹੈ। ਹਰ ਸੈੱਲ ਨੂੰ ਬੋਡੀ ਦੇ ਰਾਹੀਂ ਫੈਟ ਜ਼ਰੂਰੀ ਚਾਹੀਦੀ ਹੈ। ਸੋ ਇਹ ਕੋਲੈਸਟਰੋਲ ਜਿਹੜਾ ਹੈਗਾ ਆ, ਇਹ ਸਾਡੀ ਸਕਿਨ ਨੂੰ ਵੀ ਬਚਾਉਂਦਾ ਹੈ। ਇਹਦੇ ਸਕਿਨ ਦੇ ਥੱਲੇ ਲੇਅਰ ਹੁੰਦੀ ਆ ਜਿਹੜੀ ਕਿ ਸਾਨੂੰ ਹੀਟ ਤੋਂ, ਧੁੱਪ ਤੋਂ ਬਚਾਉਂਦੀ ਆ। ਸਾਡੇ ਹਰ ਸੈੱਲ ਦੀ ਜਿਹੜੀ ਇੱਕ ਬਾਹਰਲੀ ਮੈਂਬਰੇਨ ਹੈ, ਸੈੱਲ ਨੂੰ ਬਚਾਉਣ ਵਾਲੀ ਮੈਂਬਰੇਨ, ਉਹ ਕੋਲੈਸਟਰੋਲ ਦੀ ਬਣੀ ਹੁੰਦੀ ਆ। ਬਾਈਲ ਜਿਹੜਾ ਸਾਡਾ ਹੈਗਾ ਆ, ਲਿਵਰ ਦੇ ਵਿੱਚ ਹੁੰਦਾ ਹੈ, ਇੰਜ਼ਾਈਮ ਬਣਾਉਂਦਾ ਲਿਵਰ, ਉਹ ਸਾਡੇ ਡਾਈਜੈਸਟਿਵ ਸਿਸਟਮ ਦੇ ਵਿੱਚ ਹੈਲਪ ਕਰਦਾ। ਜਿਸ ਤਰ੍ਹਾਂ ਕਈਆਂ ਨੂੰ ਕਬਜ਼ ਹੋਵੇ ਤਾਂ ਅਸੀਂ ਕਹਿੰਦੇ ਹਾਂ ਕਿ ਲਿਕੁਇਡ ਕੋਲੈਸਟਰੋਲ ਮਿਲਦਾ, ਉਹਨੂੰ ਬੱਚਿਆਂ ਨੂੰ ਖਾਸ ਕਰਕੇ ਤਾਂ ਪਿਲਾਓ ਦੇ ਨਾਲ ਕਬਜ਼ ਠੀਕ ਹੋ ਜਾਂਦੀ ਹੈ। ਸੋ ਇਹ ਕੋਲੈਸਟਰੋਲ ਜਿਹੜਾ ਹੈਗਾ ਆ, ਸਾਡੇ ਜਿਹੜਾ ਵਾਈਟਾਮਿਨ ਡੀ ਆ, ਉਹਨੂੰ ਕਨਵਰਟ ਕਰਨ ਦੇ ਵਿੱਚ ਵੀ ਹੈਲਪ ਕਰਦਾ ਆ, ਜਦੋਂ ਸਾਡੀ ਸਕਿਨ ਰਾਹੀਂ ਜਾਂ ਸਾਨੂੰ ਧੁੱਪ ਰਾਹੀਂ ਮਿਲਦਾ ਹੈ। ਸੋ ਕੋਲੈਸਟਰੋਲ ਬਹੁਤ ਇੰਪੋਰਟੈਂਟ ਹੈ। ਪਰ ਹੋਇਆ ਕੀ ਹੈ ਕਿ ਇਹਦੀ ਇੱਕ ਸਰਟਨ ਰੇਂਜ ਹੁੰਦੀ ਆ। ਅਗਰ ਇਹ ਰੇਂਜ ਤੋਂ ਜ਼ਿਆਦਾ ਚਲੇ ਜਾਂਦਾ ਆ ਤਾਂ ਫਿਰ ਇਹ ਬਹੁਤ ਜ਼ਿਆਦਾ ਹਾਨੀਕਾਰਕ ਵੀ ਹੁੰਦਾ ਆ, ਜਿਹੜਾ ਕਿ ਬੋਡੀ ਦੇ ਲਈ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦਾ ਬਹੁਤ ਵੱਡਾ ਕਾਰਨ ਹੁੰਦਾ ਹੈ ਜੀ। ਇਹ ਫਿਰ ਹੁੰਦਾ ਕਿਉਂ ਹੈ? ਕੀ ਕਾਰਨ ਹੈ ਕੋਲੈਸਟਰੋਲ ਹੋਣ ਦੇ? ਦੇਖੋ, ਕੋਲੈਸਟਰੋਲ ਦੇ ਵਿੱਚ ਦੋ ਚੀਜ਼ਾਂ ਪਲੇ ਰੋਲ ਕਰਦੀਆਂ ਹਨ। ਇੱਕ ਤਾਂ ਬੋਡੀ ਵੀ ਬਣਾਉਂਦੀ ਹੈ, ਸਾਡਾ ਲਿਵਰ ਜਿਹੜਾ ਹੈ ਉਹ ਕੋਲੈਸਟਰੋਲ ਬਣਾਉਂਦਾ, ਠੀਕ ਹੈ। ਇੱਕ ਅਸੀਂ ਬਾਹਰੋਂ ਖਾਂਦੇ ਹਾਂ। ਬਾਹਰੋਂ ਖਾਣ ਵਾਲਾ ਜਿਹੜਾ ਟੌਪਿਕ ਆ, ਉਹ ਬਹੁਤ ਵੱਡਾ ਆ ਆਪਣਾ, ਕਿਉਂਕਿ ਅਸੀਂ ਫਿਜ਼ੀਕਲ ਐਕਟੀਵਿਟੀਆਂ ਬਿਲਕੁਲ ਘਟਾਤੀਆਂ। ਅਗਰ ਡਾਈਟ ਦੇ ਵਿੱਚ ਉਸੇ ਤਰ੍ਹਾਂ ਦੀ ਫੈਟ ਲਈ ਜਾਂਦੇ ਆ, ਮੀਟ ਖਾਈ ਜਾਂਦੇ ਆ, ਤੇਲ ਤੋਂ ਬਿਨਾਂ ਰਸੋਈ ਨਹੀਂ ਕਹਿੰਦੇ ਚੱਲਦੀ। ਸੋ ਇਹ ਸਾਰੇ ਹੀ ਕੋਲੈਸਟਰੋਲ ਦੇ ਇੱਕ ਸੋਰਸਿਸ ਨੇ। ਸਾਡੀ ਜਦੋਂ ਬੋਡੀ ਦੇ ਵਿੱਚ ਅਸੀਂ ਲਿਜਾਂਦੇ ਹਾਂ ਕਿਸੇ ਵੀ ਚੀਜ਼ ਦਾ, ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਹਰ ਚੀਜ਼ ਦਾ ਜਦੋਂ ਜਿਹੜੀ ਲੰਘ ਗਈ ਆ, ਉਹਨੇ ਬਲੱਡ ਦੇ ਵਿੱਚ ਆਉਣਾ ਹੀ ਆਉਣਾ ਹੈ। ਹੁਣ ਆਪਾਂ ਫੈਟ ਹੀ ਖਾਈ ਜਾਂਦੇ ਹਾਂ, ਫਿਜ਼ੀਕਲੀ ਐਕਟੀਵਿਟੀ ਕਰਦੇ ਨਹੀਂ, ਬਰਨ ਉਹਨੂੰ ਕਰਦੇ ਨਹੀਂ, ਮੈਟਾਬੋਲਾਈਜ਼ ਕਰਦੇ ਨਹੀਂ ਹੈਗੇ, ਯੂਜ਼ ਕਰਦੇ ਨਹੀਂ, ਤਾਂ ਫਿਰ ਉਹ ਇਕੱਠੀ ਹੋਈ ਜਾਂਦਾ। ਉਹ ਹੌਲੀ ਹੌਲੀ ਤੁਹਾਡੇ ਜਿਹੜਾ ਹੈਗਾ ਬਲੱਡ ਦੇ ਵਿੱਚ ਉਹਦੀ ਮਾਤਰਾ ਵਧੀ ਜਾ ਰਹੀ ਹੈ। ਸੋ ਇਹ ਸੋਰਸ ਜਿਹੜੇ ਨੇ ਲਿਵਰ ਆਪ ਵੀ ਕ੍ਰੀਏਟ ਕਰਦਾ ਆ, ਪਰ ਅਸੀਂ ਬਾਹਰੋਂ ਜ਼ਿਆਦਾ ਜਿਹੜੇ ਹੈਗਾ ਇਹਨੂੰ ਕੰਜ਼ਿਊਮ ਕਰਦੇ ਹਾਂ। ਕਿਹੜੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਖਾਣ ਤੋਂ ਅਵੋਇਡ ਕਰਨਾ ਚਾਹੀਦਾ ਤਾਂ ਕਿ ਕੋਲੈਸਟਰੋਲ ਨਾ ਹੋ ਸਕੇ? ਦੇਖੋ, ਮੈਂ ਇਹ ਦੱਸਣਾ ਚਾਹਾਂਗਾ ਕਿ ਕੋਲੈਸਟਰੋਲ ਦੀ ਅੱਗੇ ਵੈਰਾਈਟੀਜ਼ ਹੁੰਦੀ, ਜਿੱਥੋਂ ਸਾਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਹੈ ਵੀ ਤੁਹਾਡੀ ਬੋਡੀ ਦੇ ਵਿੱਚ ਕਿਸ ਤਰ੍ਹਾਂ ਦਾ ਕੋਲੈਸਟਰੋਲ ਵੱਧ ਰਿਹਾ ਹੈ ਨਾ। ਉਹ ਆਮ ਤੌਰ 'ਤੇ ਅਸੀਂ ਇੱਕ ਲਿਪਿਡ ਪ੍ਰੋਫਾਈਲ ਟੈਸਟ ਹੁੰਦਾ ਆ ਜਿਹੜਾ ਕਿ ਕਰਾਉਂਦੇ ਆ। ਲਿਪਿਡ ਪ੍ਰੋਫਾਈਲ ਟੈਸਟ ਦੇ ਵਿੱਚ ਜਨਰਲ ਕੋਲੈਸਟਰੋਲ ਹੁੰਦਾ, LDL ਹੁੰਦਾ, HDL ਹੁੰਦਾ ਅਤੇ VLD ਹੁੰਦਾ। ਇਹ ਦੇਖੋ, ਗੁੱਡ ਕੋਲੈਸਟਰੋਲ ਵੀ ਹੁੰਦਾ, ਇਹ ਵੀ ਮੈਂ ਹੁਣ ਦੱਸਾਂਗਾ, ਉਹੀ ਗੱਲ ਤੇ ਆ ਰਿਹਾ ਸੀ, ਉਹ ਵੀ ਮੈਂ ਦੱਸਾਂਗਾ ਜ਼ਰੂਰ। ਸੋ ਕੋਲੈਸਟਰੋਲ ਜਿਹੜਾ ਹੈਗਾ ਆ ਜਨਰਲ, ਜੇ ਕਿਸੇ ਦਾ ਵੱਧਦਾ ਹੈ ਤਾਂ ਉਹਨੂੰ ਇਸ ਤਰ੍ਹਾਂ ਇੱਕ ਛੋਟੇ ਜਿਹੇ ਵਰਡ 'ਚ ਆਪਾਂ ਯੂਜ਼ ਕਰ ਲੈਂਦੇ ਹਾਂ ਕਿ ਡੇਅਰੀ ਪ੍ਰੋਡਕਟ ਹੈ। ਡੇਅਰੀ ਪ੍ਰੋਡਕਟ ਚਾਹੇ ਉਹ ਮੀਟ ਹੋ ਗਿਆ, ਸਾਰੇ ਤਰ੍ਹਾਂ ਦੇ ਮੀਟ ਵੈਸੇ ਕੋਲੈਸਟਰੋਲ ਵਧਾਉਂਦੇ ਆ। ਜਿਹੜੀ ਸਟੱਡੀ ਆਈ ਆ ਉਹਦੇ ਵਿੱਚ ਫਿਸ਼ ਨੂੰ ਪਹਿਲਾਂ ਕਹਿੰਦੇ ਸੀ ਜਾਂ ਚਿਕਨ ਨੂੰ ਕਹਿੰਦੇ ਸੀ ਕਿ ਇਹਦੇ ਵਿੱਚ ਕੋਲੈਸਟਰੋਲ ਨਹੀਂ ਹੁੰਦਾ, ਪਰ ਹੁੰਦਾ, ਲੇਕਿਨ ਰੈੱਡ ਮੀਟ ਨਾਲੋਂ ਘੱਟ ਹੁੰਦਾ। ਜਿਹੜਾ ਰੈੱਡ ਮੀਟ ਹੈ, ਦੈਟ ਇਜ਼ ਬਿਗ ਸੋਰਸ ਆਫ ਕੋਲੈਸਟਰੋਲ।
ਸੋ ਕੋਲੈਸਟਰੋਲ ਦਾ ਜੇਕਰ ਕਿਸੇ ਬਾਡੀ ਦੇ ਵਿੱਚ ਹਾਈ ਆ, ਈਵਨ ਡੇਰੀ ਪ੍ਰੋਡਕਟ ਜਿੰਨੇ ਦੁੱਧ ਹੈ, ਦੁੱਧ ਤੋਂ ਬਣੀਆਂ ਚੀਜ਼ਾਂ ਹੈ, ਇਹ ਸਾਰੇ ਕੋਲੈਸਟਰੋਲ ਨੂੰ ਵਧਾਉਂਦੇ ਆ। ਇੱਕ ਵਰਡ ਹੁੰਦਾ ਟ੍ਰਾਈਗਲਿਸਰਾਈਡ। ਆਮ ਤੌਰ ਤੇ ਜਦੋਂ ਟੈਸਟ ਕਰਾਉਂਦੇ ਆ ਤਾਂ ਡਾਕਟਰ ਦੱਸਦਾ ਹੈ ਕਿ ਟ੍ਰਾਈਗਲਿਸਰਾਈਡ ਤੁਹਾਡੇ ਜ਼ਿਆਦਾ ਹੋ ਗਏ। ਦੈਟ ਇਜ਼ ਮੋਸਟਲੀ ਰਿਲੇਟਡ ਵਿਦ ਦਾ ਓਇਲਸ, ਹੈ ਨਾ। ਜਿੰਨੇ ਵੀ ਤੇਲ ਹੈ ਸਾਰਿਆਂ ਦੇ ਵਿੱਚ ਟ੍ਰਾਈਗਲਿਸਰਾਈਡ ਜ਼ਿਆਦਾ ਹੁੰਦਾ। ਮਤਲਬ ਥੰਧਿਆਈ ਵਾਲੀਆਂ ਚੀਜ਼ਾਂ ਹੈ ਉਹਨਾਂ ਸਾਰਿਆਂ ਦੇ ਵਿੱਚ ਟ੍ਰਾਈਗਲਿਸਰਾਈਡ ਜ਼ਿਆਦਾ ਹੁੰਦਾ, ਹੈ ਨਾ। ਤੇ VLD ਜਿਸ ਤਰ੍ਹਾਂ ਮੈਂ ਦੱਸਿਆ ਸੀ, ਗੁੱਡ ਕੋਲੈਸਟਰੋਲ, HDL, ਠੀਕ ਹੈ, ਇਹ ਇਹੋ ਜੀ ਚੀਜ਼ ਹੈ ਜਿਹੜੀ ਜ਼ਿਆਦਾ ਖੂਨ 'ਚ ਚਾਹੀਦੀ ਸਾਨੂੰ। ਜਿੰਨਾ ਵਧੇ, ਜਿੱਦਾਂ ਮੈਂ ਦੱਸਿਆ ਕਿ ਕੋਲੈਸਟਰੋਲ ਕੋਈ ਵੀ ਵਧਣਾ ਨਹੀਂ ਚਾਹੀਦਾ, ਚਾਹੇ ਉਹ LDL ਹੈ, ਟ੍ਰਾਈਗਲਿਸਰਾਈਡ ਹੈ, ਟੋਟਲ ਕੋਲੈਸਟਰੋਲ ਹੈ, ਵਧਣੇ ਨਹੀਂ ਚਾਹੀਦੇ। ਲੇਕਿਨ ਗੁੱਡ ਕੋਲੈਸਟਰੋਲ ਹੈ ਉਹ ਹੋ ਜਾਵੇ, ਗੁੱਡ ਕੋਲੈਸਟਰੋਲ ਜਿੰਨਾ ਵਧੂਗਾ ਉਨਾ ਹੀ ਤੁਹਾਡੇ ਲਈ ਗੁੱਡ ਹੋਊਗਾ। ਇਹ ਗੁੱਡ ਕਿਉਂ ਹੈ, ਇਹ ਮੈਂ ਦੱਸਦਾ ਕਿ ਗੁੱਡ ਇਹਨੂੰ ਕਿਉਂ ਕਹਿੰਦੇ ਆ ਨਾ। ਕਿਉਂਕਿ ਜਿਹੜਾ ਕੋਲੈਸਟਰੋਲ ਜਦੋਂ ਤੁਹਾਡੇ ਬਲੱਡ ਦੇ ਵਿੱਚ ਹਾਈ ਹੋਏਗਾ, ਓਬਵੀਅਸਲੀ ਉਹਦਾ ਕੰਮ ਤਾਂ ਦਿਹਾਈ ਹੈ ਜੰਮਣਾ, ਠੀਕ ਹੈ। HDL ਇੱਕ ਇਹੋ ਜਿਹਾ ਆ ਜਿਹੜਾ ਕਿ ਉਹਨੂੰ ਜੰਮਣ ਨਹੀਂ ਦਿੰਦਾ, ਉਹਨੂੰ ਵਾਪਸ ਖਿੱਚ ਲਿਆਉਂਦਾ ਫਿਰ ਲਿਵਰ ਦੇ ਵਿੱਚ ਬਰਨ ਹੋਣ ਦੇ ਲਈ। ਸੋ ਅਗਰ ਤੁਹਾਡਾ ਅਸੀਂ ਹਰ ਵਾਰੀ ਮੈਂ ਇਹੀ ਕਹਿਣਾ ਹੁੰਦਾ ਹਰ ਇੱਕ ਨੂੰ ਵੀ ਤੁਸੀਂ ਰਿਪੋਰਟਾਂ ਜ਼ਰੂਰ ਪ੍ਰਿੰਟ ਕਰਾ ਕੇ ਆਪਣਾ HDL ਨੂੰ ਵਾਚ ਕਰੋ। ਅਗਰ ਗੁੱਡ ਕੋਲੈਸਟਰੋਲ ਤੁਹਾਡਾ ਹਾਈ ਹੈ, ਤੁਹਾਨੂੰ ਅੱਜ ਵਰੀ ਕਰਨ ਦੀ ਲੋੜ ਨਹੀਂ। ਅਗਰ ਬੈਡ ਵੀ ਤੁਹਾਡਾ ਹਾਈ ਹੈ, ਕੋਈ ਗੱਲ ਨਹੀਂ, ਕਿਉਂਕਿ ਗੁੱਡ ਅਗਰ ਹਾਈ ਹੈ ਉਹਨੇ ਜੰਮਣ ਨਹੀਂ ਦੇਣਾ। ਸਾਨੂੰ ਜ਼ਿਆਦਾ ਤਾਂ ਇਹੀ ਖਤਰਾ ਹੈ ਕਿ ਜੰਮ ਗਿਆ ਤਾਂ ਨੁਕਸਾਨ ਹੈ। ਆਰਟਰੀ ਜਿਹੜੀ ਹੈ ਦਿਲ ਦੀ ਆਰਟਰੀ ਹੈ, ਦਿਲ ਦੇ ਵਿੱਚ ਖੂਨ ਹੈ, ਪਰ ਦਿਲ ਇੱਕ ਮਸਲ ਹੈ, ਦਿਲ ਨੂੰ ਪੰਪਿੰਗ ਦੇ ਕਰਨ ਲਈ ਖੂਨ ਆਪਣੇ ਆਪ ਚਾਹੀਦਾ। ਹਾਲਾਂਕਿ ਉਹਦੇ ਵਿੱਚ ਖੂਨ ਹੈ, ਪਰ ਉਹਨੂੰ ਪੰਪਿੰਗ, ਉਹਨੂੰ ਕੰਮ ਕਰਨ ਲਈ ਖੂਨ ਦੀ ਸਪਲਾਈ ਅਲੱਗ ਚਾਹੀਦੀ ਹੈ। ਦੈਟ ਇਜ਼ ਕੋਰੋਨਰੀ ਆਰਟਰੀ, ਜਿਹੜੀ ਕਿ ਬਹੁਤ ਬਰੀਕ ਹੁੰਦੀ ਆ। ਜਦੋਂ ਵੀ ਕੋਲੈਸਟਰੋਲ ਤੁਹਾਡਾ ਹਾਈ ਹੁੰਦਾ ਆ ਜ਼ਿਆਦਾ ਕਰਕੇ, ਉੱਥੇ ਉਹ ਕੋਰੋਨਰੀ ਆਰਟਰੀ ਬਲੌਕ ਹੋ ਜਾਂਦੀ ਆ। ਜਦੋਂ ਬਲੌਕ ਹੁੰਦੀ ਆ, ਜਿਹੜਾ ਉਸ ਤੋਂ ਅੱਗੇ ਹਾਰਟ ਦਾ ਪਾਰਟ ਹੈ ਉਹਨੂੰ ਸਪਲਾਈ ਨਹੀਂ ਮਿਲਦੀ, ਉਹਨੂੰ ਅਸੀਂ ਇਸਚੀਮੀਆ ਕਹਿੰਦੇ ਆ। ਜਦੋਂ ਉਹਨੂੰ ਸਪਲਾਈ ਨਹੀਂ ਮਿਲੇਗੀ ਤਾਂ ਉਹ ਡੈਮੇਜ ਹੋ ਜਾਏਗਾ, ਡੈਡ ਹੋ ਜਾਏਗਾ ਪਾਰਟ, ਫਿਰ ਉਹਦੇ ਨਾਲ ਹਾਰਟ ਅਟੈਕ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ। ਤੁਸੀਂ ਗੁੱਡ ਕੋਲੈਸਟਰੋਲ ਦੀ ਗੱਲ ਕੀਤੀ ਹੈ, ਸਾਨੂੰ ਇਹ ਵੀ ਦੱਸ ਦਿਓ ਗੁੱਡ ਕੋਲੈਸਟਰੋਲ ਸਾਨੂੰ ਕਿੱਥੋਂ ਪ੍ਰਾਪਤ ਹੋ ਸਕਦਾ ਤੇ ਕਿਵੇਂ? ਇਹ ਬਹੁਤ ਵਧੀਆ ਕੁਐਸਚਨ ਹੈ, ਕਿਉਂਕਿ ਗੁੱਡ ਕੋਲੈਸਟਰੋਲ ਤੁਹਾਨੂੰ ਨਾ ਤਾਂ ਕਿਸੇ ਦਵਾਈ 'ਚੋਂ ਮਿਲਣਾ, ਨਾ ਤੁਹਾਨੂੰ ਇੱਕ ਦਿਨ 'ਚ ਮਿਲਣਾ। ਇਹ ਮੈਂ ਜਦੋਂ ਤੁਸੀਂ ਮੈਨੂੰ ਪੁੱਛੋਗੇ ਐਂਡ ਤੇ ਸਾਰੀਆਂ ਚੀਜ਼ਾਂ ਮੈਂ ਉੱਥੇ ਦੱਸਾਂਗਾ। ਗੁੱਡ ਕੋਲੈਸਟਰੋਲ ਨੂੰ ਬਣਾਉਣ ਲਈ ਤੁਹਾਨੂੰ ਖੁਦ ਮਿਹਨਤ ਕਰਨੀ ਪੈਣੀ ਹੈ, ਬਾਹਰੋਂ ਨਹੀਂ ਕਿਤੇ ਮਿਲਦਾ, ਨਾ ਕਿਸੇ ਸਟੋਰ ਤੋਂ ਮਿਲਦਾ, ਨਾ ਕਿਸੇ ਹੋਰ ਸ਼ਾਪ ਤੋਂ ਮਿਲਦਾ। ਫਿਰ ਫਟਾਫਟ ਹੁਣੇ ਦੱਸ ਦਿਓ। ਜੀ ਗੁੱਡ ਕੋਲੈਸਟਰੋਲ ਨੂੰ ਵਧਾਉਣਾ ਹੈ ਅਗਰ ਤੁਸੀਂ, ਤਾਂ ਤੁਹਾਨੂੰ ਐਵਰੀ ਡੇ ਪਹਿਲਾਂ ਤਾਂ ਵਾਕ ਕਰਨੀ ਪਏਗੀ, ਠੀਕ ਹੈ। ਕਿਉਂਕਿ ਜਦੋਂ ਤੁਸੀਂ ਆਕਸੀਜਨ ਲਿਜਾਓਗੇ ਤਾਂ ਤੁਹਾਡਾ ਜਿਹੜਾ ਹੈ ਅੰਦਰਲਾ ਸਿਸਟਮ ਹੈ ਕੰਮ ਕਰੇਗਾ, ਜਿਹਦੇ ਨਾਲ ਗੁੱਡ ਕੋਲੈਸਟਰੋਲ ਵਧੇਗਾ। ਪਾਣੀ ਜ਼ਿਆਦਾ, ਖੁਰਾਕ ਦੇ ਵਿੱਚ ਜਿਹੜੀਆਂ ਫਰੂਟਸ ਨੇ, ਵੈਜੀਟੇਬਲਸ ਨੇ, ਇਹ ਸਾਰੇ ਗੁੱਡ ਕੋਲੈਸਟਰੋਲ ਦੇ ਸੋਰਸ ਨੇ। ਆਪਾਂ ਆਮ ਤੌਰ ਤੇ ਉਹ ਖਾਂਦੇ ਨਹੀਂ, ਤਲੀਆਂ ਚੀਜ਼ਾਂ ਜਾਂ ਹੋਰ ਚਿਕਨਾਈ ਵਾਲੀ, ਜੀਭ ਦਾ ਸਵਾਦ ਦੇਖਦੇ ਹਾਂ, ਜੀਭ ਦਾ ਸਵਾਦ ਦੇਖਦੇ ਹਾਂ। ਜਿਹ 'ਚ ਜੀਭ ਦਾ ਸਵਾਦ ਨਹੀਂ, ਉਹਦੇ 'ਚ HDL ਹੈ, ਗੁੱਡ ਕੋਲੈਸਟਰੋਲ ਹੈ। ਪਾਣੀ 'ਚ ਕੋਈ ਸਵਾਦ ਨਹੀਂ, ਗੁੱਡ ਕੋਲੈਸਟਰੋਲ ਹੈ। ਆਪਾਂ ਕੋਲਡ ਡਰਿੰਕ ਪੀਂਦੇ ਹਾਂ ਜਾਂ ਹੋਰ ਤਰ੍ਹਾਂ ਦੇ ਡਰਿੰਕ ਪੀਂਦੇ ਆ, ਉਹਨਾਂ 'ਚ ਗੁੱਡ ਕੋਲੈਸਟਰੋਲ ਨਹੀਂ ਹੈ। ਅਲਕੋਹਲ 'ਚ ਕਿੰਨਾ ਹੈ? ਬਹੁਤ, ਅਲਕੋਹਲ 'ਚ ਕੋਈ ਗੁੱਡ ਕੋਲੈਸਟਰੋਲ ਨਹੀਂ ਹੈ ਜੀ। ਜਾਂ ਪਾਣੀ ਦੇ ਵਿੱਚ ਗੁੱਡ ਕੋਲੈਸਟਰੋਲ ਹੈ, ਫਰੂਟ ਐਂਡ ਵੈਜੀਟੇਬਲ ਦੇ ਵਿੱਚ ਗੁੱਡ ਕੋਲੈਸਟਰੋਲ ਹੈ ਜੀ। ਤੁਸੀਂ ਕੋਲੈਸਟਰੋਲ ਮੈਨੂੰ ਇਹ ਦੱਸੋ ਕਿ ਇਹ ਕਿੰਨਾ ਕੁ ਗੰਭੀਰ ਬਿਮਾਰੀ ਹੈ ਕੋਲੈਸਟਰੋਲ? ਬਹੁਤ ਗੰਭੀਰ ਬਿਮਾਰੀ ਹੈ, ਕਿਉਂਕਿ ਕੋਲੈਸਟਰੋਲ ਦੇ ਨਾਲ ਬ੍ਰੇਨ ਡੈਮੇਜ ਹੋਣ ਦਾ, ਸਟ੍ਰੋਕ, ਹਾਰਟ ਦਾ ਡੈਮੇਜ ਹੋਣਾ, ਜਿਹਨੂੰ ਹਾਰਟ ਅਟੈਕ ਕਹਿੰਦੇ ਆ, ਇਹ ਸਾਰਾ ਕੋਲੈਸਟਰੋਲ ਨਾਲ ਰਿਲੇਟਡ ਹੈ। ਮੈਂ ਜਿਸ ਤਰ੍ਹਾਂ ਦੱਸਿਆ ਕਿ ਇਹ ਗੰਭੀਰ ਵੀ ਹੈ, ਪਰ ਇਹਨੂੰ ਮੇਨਟੇਨ ਵੀ ਕੀਤਾ ਜਾ ਸਕਦਾ। ਇੱਕ ਦਿਨ 'ਚ ਕੁਝ ਨਹੀਂ ਹੁੰਦਾ ਵੀ ਅੱਜ ਮੇਰਾ ਕੋਲੈਸਟਰੋਲ ਹਾਈ ਆ ਤਾਂ ਅੱਜ ਹੀ ਮੇਰਾ ਸਾਰਾ ਬਲੌਕ ਹੋ ਜਾਣਾ, ਨਹੀਂ। ਅਗਰ ਕਿਸੇ ਦਾ ਵੀ ਕੋਲੈਸਟਰੋਲ ਹਾਈ ਆਉਂਦਾ ਆ, ਇਹਨੂੰ ਮੈਡੀਕੇਸ਼ਨ ਇਹਦਾ ਹੱਲ ਨਹੀਂ ਹੈ, ਇਹਦਾ ਰੂਟੀਨ ਹੱਲ ਹੈ। ਇਹਨੂੰ ਮੇਨਟੇਨ ਰੱਖਣ ਦੀ ਲੋੜ ਹੈ। ਮੈਡੀਸਨ ਨਾਲ ਤੁਸੀਂ ਰੋਜ਼ ਕਿੰਨਾ ਮਤਲਬ ਲਾਈਫ ਟਾਈਮ ਨਹੀਂ ਖਾ ਸਕਦੇ ਨਾ, ਜਾਂ ਅੱਗੇ ਫਿਰ ਹੋਰ ਵੀ ਹੁੰਦਾ। ਜਿਹਨੂੰ ਕਿਸੇ ਨੂੰ ਖਾਂਦਿਆਂ ਨੂੰ ਬਹੁਤ ਚਿਰ ਹੋ ਗਿਆ, ਠੀਕ ਹੈ, ਪਰ ਸਾਡਾ ਅੱਜ ਇਸ ਟੌਪਿਕ ਤੇ ਇੱਥੇ ਆਉਣ ਦਾ ਮਕਸਦ ਇਹੀ ਹੈ ਵੀ ਜਿਹਨੂੰ ਅੱਜ ਕੋਲੈਸਟਰੋਲ ਦਾ ਪਤਾ ਲੱਗਾ ਆ, ਉਹ ਅੱਜ ਹੀ ਦਵਾਈ ਨਹੀਂ ਖਾਣੀ, ਆਪਾਂ ਅੱਜ ਹੀ ਆਪਣੀਆਂ ਆਦਤਾਂ ਸੁਧਾਰਨੀਆਂ। ਲਾਈਫਸਟਾਈਲ ਬਦਲੀਏ, ਲਾਈਫਸਟਾਈਲ ਬਦਲੋ। ਲਾਈਫਸਟਾਈਲ ਦੇ ਨਾਲ ਜੇਕਰ ਅਸੀਂ ਕੋਲੈਸਟਰੋਲ ਨੂੰ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਇਹ ਇੱਕ ਜਨਮ ਤੋਂ ਲੈ ਕੇ ਐਂਡ ਤੱਕ ਕੋਲੈਸਟਰੋਲ ਤੁਹਾਡੇ ਖੂਨ 'ਚ ਰਹੇਗਾ। ਹੁਣ ਆਪਾਂ ਇਹਨੂੰ ਮੇਨਟੇਨ ਰੱਖੂਗੇ ਤਾਂ ਅੱਗੇ ਡੈਮੇਜ ਨਹੀਂ ਹੋਊਗੇ, ਜੇ ਤੁਸੀਂ ਇਹਨੂੰ ਮੇਨਟੇਨ ਨਹੀਂ ਰੱਖਦੇ ਤਾਂ ਡੈਮੇਜ ਹੋਣ ਦਾ ਖਤਰਾ ਹੈ। ਸੋ ਇਸ ਕਰਕੇ
ਕੋਲੇਸਟ੍ਰੋਲ ਬਹੁਤ ਇੰਪੋਰਟੈਂਟ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਜ਼ਰੂਰੀ ਵੀ ਹੈ ਸਾਡੇ ਸਰੀਰ ਲਈ, ਤੇ ਮੇਨਟੇਨ ਰੱਖਣਾ ਇਹਨੂੰ ਹੋਰ ਵੀ ਜ਼ਰੂਰੀ ਆ। ਜੇ ਮੇਨਟੇਨ ਰੱਖ ਲਓ ਤਾਂ ਇਹਦੇ ਨਾਲ ਇਹ ਤੋਂ ਕੁਝ ਵੀ ਡੈਮੇਜ ਨਹੀਂ ਹੋਏਗਾ। ਪਰ ਜੇ ਤੁਸੀਂ ਇਹਨੂੰ ਕਹਿੰਦੇ ਆ ਕੋਈ ਨਹੀਂ ਮੈਂ 10 ਸਾਲ ਬਾਅਦ ਇਹਨੂੰ ਮੇਨਟੇਨ ਰੱਖ ਲਾਂਗਾ, ਜਾਂ ਮੈਂ 50 ਸਾਲ ਤੋਂ ਬਾਅਦ, ਹੁਣ ਮੇਰੀ ਖਾਣ ਦੀ ਉਮਰ ਆ, ਹੁਣ ਮੈਂ ਕੇਅਰ ਨਹੀਂ ਕਰਨੀ, ਸੋ ਫਿਰ ਇਹ ਇੱਕ ਦਿਨ ਡੈਮੇਜ ਜ਼ਰੂਰ ਕਰੇਗਾ। ਸੋ ਸਾਂਭਣਾ ਇਹਨੂੰ ਜ਼ਰੂਰੀ ਆ। ਪਰ ਪਤਾ ਕਿਵੇਂ ਲੱਗੂਗਾ ਸਾਨੂੰ ਵੀ ਫਲਾਣੇ ਬੰਦੇ ਨੂੰ ਕੋਲੇਸਟ੍ਰੋਲ ਹੈ? ਦੇਖੋ ਇਹਦੇ ਸਿੰਪਟਮ ਬਹੁਤੇ ਨਹੀਂ ਹੁੰਦੇ, ਪਰ ਮੈਂ ਫਿਰ ਵੀ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਬਲੱਡ ਪ੍ਰੈਸ਼ਰ ਅਗਰ ਕਿਸੇ ਦਾ ਹਾਈ ਰਹਿੰਦਾ ਹੈ ਤਾਂ ਉਹਦਾ ਆਲਵੇਜ਼ ਪਹਿਲਾਂ ਕੋਲੇਸਟ੍ਰੋਲ ਚੈੱਕ ਕੀਤਾ ਜਾਂਦਾ ਹੈ। ਅਗਰ ਉਹਨੂੰ ਕਿਡਨੀ ਦੀ ਪ੍ਰੋਬਲਮ ਹੈ ਤਾਂ ਵੀ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੋਲੇਸਟ੍ਰੋਲ ਦਾ ਥੋੜਾ ਰੋਲ ਹੁੰਦਾ ਹੈ। ਹੁਣ ਜਿੱਦਾਂ ਪੰਪਿੰਗ ਮੈਂ ਕਿਹਾ ਸੀ ਨਾ, ਹਾਰਟ ਪੰਪ ਕਰਦਾ। ਹੁਣ ਅਗਰ ਤੁਹਾਡੀਆਂ ਜੇ ਕੋਲੇਸਟ੍ਰੋਲ ਹੈ ਪਾਈਪਾਂ ਦੇ ਵਿੱਚ ਡਿਪੋਜ਼ਿਟ ਹੋ ਚੁੱਕਾ ਹੈ ਤਾਂ ਓਬਵੀਅਸਲੀ ਉਹ ਜਿਹੜੇ ਦੂਰ ਦਾ ਅੰਗ ਹੈ ਉਹਨਾਂ ਦੇ ਵਿੱਚ ਸਪਲਾਈ ਨਹੀਂ ਜਾਏਗੀ। ਸੋ ਅਗਰ ਉਹ ਸੌਂਦੇ ਆ, ਹੱਥ ਕਿਸੇ ਦੇ ਉਂਗਲਾਂ ਸੌਂਦੀਆਂ ਆ ਜਾਂ ਪੈਰਾਂ ਦੀਆਂ ਉਂਗਲਾਂ ਸੌਂਦੀਆਂ ਆ, ਤਾਂ ਹੋ ਸਕਦਾ ਉਹਨੂੰ ਕੋਲੇਸਟ੍ਰੋਲ ਹੋਵੇ, ਤਾਂ ਕਿ ਸਪਲਾਈ ਜਿਹੜੀ ਹੈ, ਕਿਉਂਕਿ ਰਸਤਾ ਥੋੜਾ ਸ਼ਾਰਟ ਹੋ ਗਿਆ, ਕੋਲੇਸਟ੍ਰੋਲ ਅੰਦਰਲੇ ਪਾਸੇ ਜੰਮ ਗਿਆ, ਤੇ ਉਹਦੇ ਨਾਲ ਉਹ ਇਸ ਤਰ੍ਹਾਂ ਦੇ ਲੱਛਣ ਹੋ ਸਕਦੇ ਆ। ਬ੍ਰੇਨ ਦੇ ਵਿੱਚ ਵੀ ਜਿਸ ਤਰ੍ਹਾਂ ਗੁੱਸਾ ਜ਼ਿਆਦਾ ਆਉਣਾ, ਇਹ ਵੀ ਇੱਕ ਕਿਉਂਕਿ ਕੋਲੇਸਟ੍ਰੋਲ ਅਗਰ ਹਾਈ ਆ ਤਾਂ ਬਲੱਡ ਪ੍ਰੈਸ਼ਰ ਹੋਏਗਾ, ਬਲੱਡ ਪ੍ਰੈਸ਼ਰ ਹੋਏਗਾ ਤਾਂ ਜਿਸ ਤਰ੍ਹਾਂ ਸਿੰਪਟਮ ਉਹੀ ਹੈ, ਮੂੰਹ ਚੋਂ ਸੇਕ ਜ਼ਿਆਦਾ ਨਿਕਲਣਾ, ਸਿਰ ਦਰਦ ਹੋ ਸਕਦਾ। ਇਹ ਥੋੜੇ ਜਿਹੇ ਲੱਛਣ ਹੈ, ਪਰ ਯੂਜਲੀ ਇਹ ਆ ਵੀ ਅਸੀਂ ਐਡਵਾਈਜ਼ ਇਹ ਕਰਦੇ ਆ ਵੀ ਸਾਲ 'ਚ ਇੱਕ ਵਾਰ ਜ਼ਰੂਰ ਚੈੱਕ ਕਰਾਓ। ਜੇ ਕਿਸੇ ਦਾ ਥੋੜਾ ਪ੍ਰੋਬਲਮ ਆਉਂਦੀ ਹੈ ਤਾਂ ਸਾਲ 'ਚ 2 ਵਾਰ ਜ਼ਰੂਰ ਚੈੱਕ ਕਰਾਓ। ਚੈੱਕ ਕਰਾਏ ਦਾ ਜ਼ਿਆਦਾ ਪਤਾ ਲੱਗਦਾ ਹੈ। ਅਖੀਰ ਸਾਨੂੰ ਇਹ ਦੱਸ ਦਿਓ ਕਿ ਕਿਵੇਂ ਬਚਿਆ ਜਾ ਸਕਦਾ ਫਿਰ ਕੋਲੇਸਟ੍ਰੋਲ ਹੋਣ ਤੋਂ? ਦੇਖੋ ਬਿਲਕੁਲ ਬਹੁਤ ਵਧੀਆ ਜੀ। ਕੋਲੇਸਟ੍ਰੋਲ ਜਿਹੜਾ ਹੈਗਾ ਆ, ਉਹਦੇ ਮੈਂ ਦੱਸਿਆ ਵੀ ਇੱਕ ਦਿਨ 'ਚ ਨਹੀਂ ਇਹ ਵੱਧਦਾ, ਤੇ ਇੱਕ ਦਿਨ 'ਚ ਇਹਨੂੰ ਠੀਕ ਵੀ ਨਹੀਂ ਕੀਤਾ ਜਾ ਸਕਦਾ। ਆਪਣੀ ਰੋਜ਼ ਦੀ ਰੂਟੀਨ ਜਿਹੜੀ ਲਾਈਫ ਆ, ਲਾਈਫ ਸਟਾਈਲ ਆਪਣਾ ਚੇਂਜ ਕਰੋ। ਕਈਆਂ ਦੀ ਸਿਡੈਂਟਰੀ ਹੈਬਿਟ ਆ, ਜੌਬ ਇਦਾਂ ਦੀ ਆ ਕਿ ਸਾਰਾ ਦਿਨ ਬੈਠੇ ਰਹਿਣਾ, ਲੇਕਿਨ ਅੱਧਾ ਪੌਣਾ ਘੰਟਾ ਜਿਹੜਾ ਹੈਗਾ ਆ, ਇਸ ਤਰ੍ਹਾਂ ਤਾਂ ਕੋਈ ਵੀ ਨਹੀਂ ਹੈ ਕਿ 18 ਘੰਟੇ ਕੋਈ ਜੌਬ ਹੀ ਬੈਠਾ ਹੀ ਰਹਿੰਦਾ। ਬੈਠੇ ਵੀ ਆ ਤਾਂ ਵੀ ਇਹਨੂੰ ਜਿੰਨੀ ਬਾਡੀ ਨੂੰ ਹਿਲਜੁਲ ਕਰੋਗੇ ਉਨਾ ਹੀ ਕੋਲੇਸਟ੍ਰੋਲ ਤੁਹਾਡਾ ਯੂਜ਼ ਹੋਏਗਾ, ਕੰਜ਼ਿਊਮ ਹੋਏਗਾ। ਐਕਸਰਸਾਈਜ਼ ਜਿਹੜੇ ਜੰਗ ਆ ਉਹਨਾਂ ਨੂੰ ਪਸੀਨਾ ਕੱਢੋ, ਪਸੀਨਾ ਜਿੰਨਾ ਆਊਗਾ ਕੋਲੇਸਟ੍ਰੋਲ ਹੈ, ਫੈਟ ਹੈ। ਪਾਣੀ ਜ਼ਿਆਦਾ ਪੀਓ। ਡਾਈਟ ਜਿਹੜੀ ਹੈਗੀ ਆ, ਜਿਸ ਤਰ੍ਹਾਂ ਮੈਂ ਦੱਸਿਆ, ਜੰਕ ਖਾ ਸਕਦੇ ਆ ਲੋਕ ਥੋੜਾ ਬਹੁਤਾ, ਪਰ ਇਹ ਨਹੀਂ ਵੀ ਟੋਟਲੀ ਜੰਕ ਹੀ ਖਾਈ ਜਾਣਾ ਜਾਂ ਹੈਵੀ ਡਾਈਟ ਹੀ ਖਾਈ ਜਾਣੀ ਆ, ਗਰਮ ਤਸੀਰ ਵਾਲੀਆਂ ਚੀਜ਼ਾਂ ਖਾਈ ਜਾਣੀਆਂ ਜਾਂ ਕੌਫੀ ਜਾਂ ਇਸ ਤਰ੍ਹਾਂ ਦੀਆਂ ਡਾਈਟ ਹੈ। ਬੈਲੈਂਸ ਕਰਕੇ ਜ਼ਰੂਰੀ ਹੈ। ਪਾਣੀ ਜ਼ਿਆਦਾ ਪੀਓ, ਅਵੋਇਡ ਕਰੋ ਸਾਲਟ ਨੂੰ ਜਾਂ ਜਿਹੜੀਆਂ ਭਾਰੀਆਂ ਚੀਜ਼ਾਂ ਤਲੀਆਂ ਆ। ਆਫ ਐਂਡ ਔਨ ਖਾ ਸਕਦੇ ਆ ਕਿਤੇ ਨਾ ਕਿਤੇ, ਪਰ ਇਹ ਨਹੀਂ ਫਿਰ ਰੂਟੀਨ ਦੇ ਵਿੱਚ। ਪਰ ਅਗਰ ਤੁਸੀਂ ਫਰੂਟ ਦੇ ਸੈਲਡ ਖਾ ਲਓਗੇ ਨਾ ਤਾਂ ਫਾਈਬਰ ਜਿਹੜਾ ਆ ਉਹ ਤੁਹਾਡੀ ਬਾਡੀ ਨੂੰ ਕਲੀਨ ਕਰੀ ਜਾਂਦਾ ਹੈ। ਸਾਡੀ ਬਾਡੀ 'ਚ ਪਰਮਾਤਮਾ ਨੇ ਬਹੁਤ ਮਸ਼ੀਨਾਂ ਲਾਈਆਂ ਆ, ਕਲੀਨਿੰਗ ਵਾਲੀਆਂ ਵੀ ਹੈ, ਡੈਮੇਜ ਵਧਾਉਣ ਵਾਲੀਆਂ ਵੀ ਆ, ਤੇ ਪਰ ਵਧਾਉਣ ਨਾਲੋਂ ਕਲੀਨਿੰਗ ਵਾਲੇ ਪਾਸੇ ਨੂੰ ਜ਼ਿਆਦਾ ਰੱਖੋ, ਤਾਂ ਕਿ ਬਾਡੀ ਜਿਹੜੀ ਹੈ ਉਹਨੂੰ ਆਪਣੇ ਆਪ ਕਰ ਸਕਦੀ ਹੈ ਸਾਰਾ ਕੁਝ। ਸੋ ਮੁੱਖ ਦੀ ਗੱਲ ਇਹ ਹੈ ਵੀ ਜੀਭ ਤੇ ਕੰਟਰੋਲ ਰੱਖੋ, ਜੀਭ ਤੇ ਕੰਟਰੋਲ ਰੱਖੋ, ਤੇ ਐਕਸਰਸਾਈਜ਼ ਕਰੋ, ਬਿਲਕੁਲ ਸਰੀਰ ਨੂੰ ਹਿਲਾਓ ਜਲਾਓ, ਗਰਮੀ ਆਵੇ, ਤੇ ਤਾਂ ਕਿ ਤੁਹਾਡੀਆਂ ਕੈਲਰੀਜ਼ ਬਰਨ ਹੋ। ਬਿਲਕੁਲ ਕੈਲਰੀਜ਼, ਇਹ ਕੋਲੇਸਟ੍ਰੋਲ ਦੇ ਕੈਲਰੀਜ਼ ਹੈ ਨਾ, ਫੈਟ ਹੈ, ਇਹਨੂੰ ਬਰਨ ਕਰਨਾ ਜ਼ਰੂਰੀ ਹੈ। ਪਾਓ ਵੀ ਬਰਨ ਵੀ ਕਰੋ, ਪਰ ਪਾਓ ਘੱਟ ਬਰਨ ਜ਼ਿਆਦਾ। ਆਪਾਂ ਕੀ ਕਰ ਰਹੇ ਹਾਂ, ਪਾਉਣੇ ਜ਼ਿਆਦਾ ਬਰਨ ਘੱਟ ਕਰ ਰਹੇ ਹਾਂ, ਉਲਟ ਚਾਹੀਦਾ, ਪਾਓ ਘੱਟ ਬਰਨ ਜ਼ਿਆਦਾ। ਸੋ ਇਸ ਕਰਕੇ ਇਹ ਜ਼ਰੂਰੀ ਹੈ। ਡਾਕਟਰ ਸਾਹਿਬ, ਜਦੋਂ ਆਪਣਾ ਪ੍ਰਵਾਸ ਦਾ ਪ੍ਰੋਗਰਾਮ ਖਤਮ ਹੁੰਦਾ ਹੈ ਤੇ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਬਹੁਤ ਸਾਰੇ ਫੋਨ ਆਉਂਦੇ ਨੇ। ਉਮੀਦ ਹੈ ਅੱਜ ਦਾ ਇਹ ਟਾਕ ਸ਼ੋਅ ਹੈ ਜੋ ਸਾਡੀ ਅੱਜ ਦੀ ਇਹ ਗੱਲਬਾਤ ਹੈ, ਪਹਿਲਾਂ ਵਾਂਗ ਅੱਜ ਵੀ ਜ਼ਰੂਰ ਲਾਹੇਵੰਦ ਸਾਬਤ ਹੋਵੇਗੀ। ਬਿਲਕੁਲ ਜੀ, ਬਿਲਕੁਲ। ਦੇਖੋ ਮੇਰਾ ਆਉਣ ਦਾ ਟੌਪਿਕ ਇੱਥੇ ਇਹੀ ਮਤਲਬ ਹੈ ਕਿ ਆਪਾਂ ਬਿਨਾਂ ਦਵਾਈਆਂ ਤੋਂ ਆਪਾਂ ਲਾਈਫ ਸਟਾਈਲ ਨੂੰ ਕਿੱਦਾਂ ਵਧੀਆ ਬਣਾਈਏ, ਤਾਂ ਕਿ ਸਾਡੀ ਜਿਹੜੀ ਸਾਡੀ ਕਮਿਊਨਿਟੀ ਹੈ ਖਾਸ ਕਰਕੇ, ਉਹਦੇ ਵਿੱਚ ਕੋਲੇਸਟ੍ਰੋਲ, ਹਾਰਟ ਅਟੈਕ, ਸ਼ੂਗਰ, ਡਾਇਬਟੀਜ਼, ਇਹ ਸਾਰੇ ਬਹੁਤ ਜ਼ਿਆਦਾ ਇਹ ਪਾਏ ਜਾਂਦੇ ਆ। ਸੋ ਮੇਰਾ ਇੱਥੇ ਆਉਣ ਦਾ ਜ਼ਰੀਆ ਵੀ ਇਹੀ ਹੈ ਕਿ ਆਪਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਈਏ ਕਿ ਵੇਟ ਨਾ ਕਰੋ ਵੀ ਮੈਨੂੰ ਜਦ ਸ਼ੂਗਰ ਹੋਊਗੀ ਉਦੋਂ ਹੀ ਮੈਂ ਇਲਾਜ ਕਰਨਾ, ਇਹ ਨਹੀਂ ਇਲਾਜ ਹੋਣਾ। ਵੇਟ ਨਾ ਕਰੋ ਵੀ ਜਦ ਮੈਨੂੰ ਕੋਲੇਸਟ੍ਰੋਲ ਹੋਊਗਾ ਮੈਂ ਉਦੋਂ ਇਲਾਜ ਕਰੂੰਗਾ। ਅੱਜ ਦੇ ਦਿਨ ਤੋਂ ਹੀ ਸੁਣਦੇ ਸਾਰ ਹੀ ਆਪਾਂ ਇੱਕ ਮਨ 'ਤੇ ਲਾਈਏ ਕਿ ਜ਼ਰੂਰ ਆਪਣੇ ਆਪ ਨੂੰ ਮੇਨਟੇਨ ਰੱਖੀਏ, ਆਪਣੇ ਸਰੀਰ ਨੂੰ ਮੇਨਟੇਨ ਰੱਖੀਏ, ਆਪਣੀ ਖੁਰਾਕ ਨੂੰ ਮੇਨਟੇਨ ਰੱਖੀਏ। ਪਰਮਾਤਮਾ ਨੇ ਬਹੁਤ ਵਧੀਆ ਮਸ਼ੀਨ ਬਣਾਈ ਆ, ਜਿਹੜੀ ਇਹ ਮਸ਼ੀਨ ਆ ਇਹਨੂੰ ਦੂਰ ਤੱਕ ਸੰਭੋ। ਬਾਹਰਲੀਆਂ ਸਰਜਰੀ ਹੋ ਗਈ, ਜੇ ਹੋ ਗਿਆ ਉਹ ਹੋ ਗਿਆ, ਇਹ ਤੋਂ ਬਾਅਦ ਉਹ ਚੀਜ਼ ਨਹੀਂ ਰਹਿੰਦੀ। ਸੋ ਪ੍ਰਵਾਸ ਪ੍ਰੋਗਰਾਮ ਨੂੰ ਪਿਆਰ ਕਰਨ ਵਾਲੇ ਸਰੋਤਿਓ, ਅਸੀਂ ਹਰ ਵਾਰ ਤੁਹਾਡੀ ਚਾਹਤ ਨੂੰ ਮੁੱਖ ਰੱਖ ਕੇ ਹੈਲਥ ਸੈਗਮੈਂਟ ਦਾ ਪ੍ਰਸਾਰਨ ਕਰਦੇ ਹਾਂ। ਕਹਿੰਦੇ ਨੇ ਜਾਨ ਹੈ ਜਹਾਨ ਹੈ। ਸੋ
ਸੋ ਇਸੇ ਗੱਲ ਨੂੰ ਲੈ ਕੇ ਅਸੀਂ ਸਿਹਤ ਸੰਬੰਧੀ ਇਹ ਸੈਗਮੈਂਟ ਦਾ ਪ੍ਰਸਾਰਣ ਕਰਦੇ ਹਾਂ। ਤੁਹਾਡੇ ਢੇਰ ਸਾਰੇ ਫੋਨ ਹਰ ਵਾਰ ਆਉਂਦੇ ਨੇ ਜਦੋਂ ਅਸੀਂ ਹੈਲਥ ਸੈਗਮੈਂਟ ਖਤਮ ਕਰਦੇ ਹਾਂ ਇਸ ਪ੍ਰੋਗਰਾਮ ਦਾ, ਅਤੇ ਉਮੀਦ ਹੈ ਇਸ ਵਾਰ ਵੀ ਜ਼ਰੂਰ ਸਾਨੂੰ ਰਾਏ ਦਿਓਗੇ ਕਿਹੋ ਜਿਹਾ ਲੱਗਿਆ ਇਹ ਪ੍ਰੋਗਰਾਮ। ਬੜੀ ਮਿਹਰਬਾਨੀ ਹੋਏਗੀ ਜੇ ਤੁਸੀਂ ਫਿਰ ਇਸ ਸੰਬੰਧੀ ਆਪਣੇ ਸੁਝਾਅ ਭੇਜੋਗੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਧੰਨਵਾਦ ਸੋਤਾ ਸਾਹਿਬ ਤੁਹਾਡਾ ਵੀ ਜੀ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਇਸ ਪ੍ਰੋਗਰਾਮ ਵਿੱਚ ਕੋਈ ਵੀ ਸੁਝਾਅ ਜਾਂ ਇਸ਼ਤਿਹਾਰ ਦੇਣ ਸੰਬੰਧੀ ਤੁਸੀਂ ਇਸ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹੁਣ ਤੇਗਮੀਤ ਨੂੰ ਦਿਓ ਇਜਾਜ਼ਤ, ਅਗਲੇ ਹਫਤੇ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ।